ਜਦੋਂ ਦਾ ਲੋਕਾਂ ਨੇ ਨਾ ਜਿਹੜੀਆਂ ਆਪਣੀਆਂ ਮਸਨੂਈ ਖੁਰਾਕਾਂ ਬਣਾਈਆਂ ਖਾਣੀਆਂ ਸ਼ੁਰੂ ਕੀਤੀਆਂ, ਮੋਟਾਪੇ ਦੀ ਮਰਜ਼ਾਮ ਹੋ ਗਿਆ। ਹਰ ਬੰਦਾ ਮੋਟਾ ਹੀ ਹੋ ਰਿਹਾ। ਵਰਜਿਸ਼ ਕਰਨ ਦੇ ਵਿੱਚ ਹਿੰਮਤ ਨਹੀਂ ਹੁੰਦੀ ਅਤੇ ਖਾ ਲੈਂਦਾ ਅਤੇ ਬਹਿ ਜਾਂਦਾ ਅਤੇ ਮੋਟਾਪਾ ਵਧੀ ਜਾ ਰਿਹਾ, ਚਰਬੀ ਵਧੀ ਜਾ ਰਹੀ ਹੈ, ਜਿਹਦੀ ਵਜ੍ਹਾ ਨਾਲ ਸਾਡੀਆਂ ਖੂਨ ਦੀਆਂ ਜਾਂ ਦੌਰਾਨੇ ਖੂਨ ਦੀਆਂ ਨਾਲੀਆਂ ਹੈਗੀਆਂ ਤੰਗ ਹੁੰਦੀਆਂ ਜਾ ਰਹੀਆਂ। ਉਹਦੇ ਨਾਲ ਹਾਰਟ ਅਟੈਕ ਆਮ ਹੋ ਰਹੇ ਆ। ਮੋਟਾਪੇ ਦੀ ਵਜ੍ਹਾ ਨਾਲ ਸ਼ੂਗਰ ਲੋਕਾਂ ਨੂੰ ਆਮ ਹੋ ਰਹੀ ਹੈ। ਇਹ ਚਨੇ ਅਗਰ ਅਸੀਂ ਇਹਦੀ ਡੇਲੀ ਖੁਰਾਕ ਸ਼ਾਮਲ ਕਰ ਲਈਏ, ਇਹ ਸ਼ਾਮਲ ਕਰਨ ਦੀ ਵਜ੍ਹਾ ਨਾਲ ਕਿਉਂਕਿ ਫਾਈਬਰ ਹੁੰਦਾ, ਸਾਡਾ ਮਿਹਦਾ ਸਹੀ ਰਹੇਗਾ, ਸਾਡਾ ਵਜ਼ਨ ਬਿਲਕੁਲ ਨਹੀਂ ਵਧੇਗਾ, ਸਾਨੂੰ ਬਿਲਕੁਲ ਸਮਾਰਟ ਰੱਖੇਗਾ। ਅਗਰ ਚਰਬੀ ਜਿਸਮ 'ਚ ਪੈਦਾ ਵੀ ਹੋ ਗਈ ਹੈ ਨਾ, ਉਹ ਚਰਬੀ ਇਨਸ਼ਾਅੱਲਾ ਖਤਮ ਹੋ ਜਾਏਗੀ। ਇਹ ਕਬਜ਼ ਨਹੀਂ ਹੋਣ ਦੇਗਾ। ਤਕਰੀਬਨ ਹਰ ਬੰਦਾ ਕਬਜ਼ ਦਾ ਮਰੀਜ਼ ਆ। ਸਿਰਫ ਉਨੀ ਦਵਾਈਆਂ ਐਂਟੀਬਾਇਓਟਿਕ ਨਹੀਂ ਵਿਕਦੀਆਂ ਜਿੰਨੀਆਂ ਕਬਜ਼ ਦੇ ਸਿਰਪ ਵਿਕਦੇ ਆ। ਬੱਚੇ ਤੋਂ ਲੈ ਕੇ ਬੜੇ ਤੱਕ ਇਹ ਕੰਪਨੀਆਂ ਤੜ ਬਣਾਈ ਜਾ ਰਹੀਆਂ ਅਤੇ ਅਸੀਂ ਖੁਰਾਕ ਛੱਡਦੇ ਕੋਈ ਨਹੀਂ, ਸਿਰਪ ਪੀ ਕੇ ਅਸੀਂ ਗੁਜ਼ਾਰਾ ਕਰ ਲੈਂਦੇ ਹਾਂ। ਅਤੇ ਲੇਕਿਨ ਚਨਾ ਸ਼ਾਮਲ ਕਰ ਲਾਂਗੇ, ਸਾਨੂੰ ਕਬਜ਼ ਬਿਲਕੁਲ ਨਹੀਂ ਹੋਏਗੀ। ਫਾਸਫੋਰਸ ਅਤੇ ਕੈਲਸ਼ੀਅਮ ਇਹ ਹੱਡੀਆਂ ਦੀ ਨਸ਼ੋਣ ਵਾਲੀ ਇੰਤਹਾਈ ਸੁਪਰ ਚੀਜ਼ ਆ। ਮੋਟਾਪੇ ਦੀ ਵਜ੍ਹਾ ਨਾਲ ਸਾਡਾ ਜਿਸਮ ਜਿਹੜਾ ਨਾ ਇਹਨੂੰ ਸੂਣ ਲੱਗ ਪੈਂਦਾ। ਕੋਈ ਚੀਜ਼ ਖਾਂਦੇ ਆ ਉਹ ਗੋਸ਼ਤ ਬਣਨਾ ਸ਼ੁਰੂ ਹੋ ਗਿਆ। ਇਹ ਸਾਡੇ ਜੇ ਕੈਲਸ਼ੀਅਮ ਪਈ ਆ, ਆਇਰਨ ਪਿਆ, ਜਿਸਮ ਜਜ਼ਬ ਨਹੀਂ ਕਰ ਰਿਹਾ। ਜੋ ਜਜ਼ਬ ਨਹੀਂ ਕਰ ਰਿਹਾ, ਚਿਹਰਾ ਬੇਰੌਣਕ। ਚਨਾ ਸਾਡੇ ਜਿਸਮ ਨੂੰ ਇਸ ਕਾਬਲ ਕਰਦਾ ਕਿ ਜਿਸਮ ਜਿਹੜਾ ਸਾਡੇ ਕੈਲਸ਼ੀਅਮ ਪਈ ਆ, ਸਾਡੇ ਆਇਰਨ ਪਿਆ, ਉਹਨੂੰ ਜਿਸਮ ਜਜ਼ਬ ਕਰਨ ਲੱਗ ਪੈਂਦਾ, ਯਾਨੀ ਕਿ ਆਪਣੇ ਇਸਤੇਮਾਲ 'ਚ ਲੈਣ ਲੱਗ ਪੈਂਦਾ। ਜਦੋਂ ਇਸਤੇਮਾਲ 'ਚ ਲੈਣ ਲੱਗ ਪੈਂਦਾ, ਰੰਗ ਨਿਖਰਨ ਲੱਗ ਪੈਂਦਾ, ਦੂਜੇ ਲਫ਼ਜ਼ਾਂ ਨਾਲ ਸਾਫ਼ ਹੋਣ ਲੱਗ ਪੈਂਦਾ। ਕਰੀਮਾਂ ਦੀ ਜਾਂ ਕਿਸੇ ਹੋਰ ਐਸੀ ਚੀਜ਼ ਦੀ, ਮਸਨੂਈ ਚੀਜ਼ ਦੀ ਲੋੜ ਨਹੀਂ ਰਹਿੰਦੀ। ਸਿਰਫ ਚਨਾ ਖਾਧਾ ਜਾਵੇ। ਇਹਦੇ ਕੰਮ ਕਰਨ ਦੀ ਸਲਾਹੀਅਤ ਜਿਹੜੀ ਹੈਗੀ ਆ, ਜਿਹੜੇ ਲੋਕ ਕੰਮ ਕਰਦੇ ਆ, ਦਫ਼ਤਰੀ ਵਰਕ ਕਰਦੇ ਆ, ਹਰ ਬੰਦਾ ਸ਼ਿਕਾਇਤ ਕਰਦਾ ਮੇਰੀ ਕਮਰ ਦੁਖਦੀ ਹੈ। ਮਾਮੂਲੀ ਕੰਮ ਕਰਦੇ ਆ, ਮੇਰੀ ਕਮਰ ਦੁਖਦੀ ਆ, ਉਸ ਜਾਂਦੇ ਡਾਕਟਰ ਕੋਲ ਜਾਂਦੇ ਆ, ਉਹ 4 ਦਿਨ ਤਾਂ ਫੀਸਾਂ ਲੈ ਕੇ ਦਵਾਈਆਂ ਦਿੰਦੇ ਆ, ਮੁੰਡੇ ਕਹਿੰਦੇ ਤੇਰੇ ਯਾਰ ਮੋਹਰੇ ਹਿੱਲ ਗਿਆ। ਉਹ ਮੋਹਰੇ ਕਿਵੇਂ ਹਿੱਲ ਗਿਆ ਯਾਰ? ਅੱਲਾ ਦੀ ਫਿਕਸੇਸ਼ਨ ਕੀਤੀ ਆ, ਸੱਟ ਨਾਲ ਲੱਗਣ ਤੋਂ ਬਗੈਰ ਮੋਹਰੇ ਕਿਵੇਂ ਹਿੱਲ ਜਾਂਦੇ ਆ? ਅਸਲ ਵਜ੍ਹਾ ਇਹ ਬਣਦੀ ਹੈ ਕਿ ਸਾਡਾ ਜਿਹੜਾ ਅਸਲੀ ਨਿਜ਼ਾਮ ਆ ਨਾ, ਜਿਹੜੀਆਂ ਅਸੀਂ ਖੁਰਾਕਾਂ ਖਾਂਦੇ ਹਾਂ, ਤਾਕਤ ਉਹ 'ਚ ਹੁੰਦੀ ਕੋਈ ਨਹੀਂ। ਨਿਰਾ ਫੋਕ ਖਾ ਰਹੇ ਹਾਂ, ਜੰਕ ਫੂਡ ਕਹਿੰਦੇ, ਜੰਕ ਫੂਡ ਖਾ ਰਹੇ ਹਾਂ ਜੀ। ਫੋਸ ਹੁੰਦਾ ਨਿਰਾ ਫੂਸ, ਬੋਸਾ ਹੀ ਖਾ ਰਹੇ ਹਾਂ। ਅਤੇ ਜਿਹੜਾ ਚਨਾ ਜਿਹੜਾ ਕਮਰ ਨੂੰ ਇੰਤਹਾਈ ਮਜ਼ਬੂਤ ਕਰ ਦਿੰਦਾ। ਸਾਡੇ ਜਿਹੜੇ ਪੱਠੇ ਆ ਨਾ, ਕਮਰ ਦੇ ਪੱਠੇ ਖਾਸ ਕਰ, ਸਾਡਾ ਅਸਲੀ ਨਿਜ਼ਾਮ ਉਹਨੂੰ ਬਹੁਤ ਮਜ਼ਬੂਤ ਕਰ ਦਿੰਦਾ। ਇੱਕ ਹੋਰ ਮੈਂ ਦੇਖਿਆ ਪਲੇਅਰ ਹਜ਼ਰਾਤ ਜੇ ਕੋਈ ਗੇਮ ਕਰਦੇ ਆ, ਕਬੱਡੀ ਖੇਡਦੇ ਆ, ਕ੍ਰਿਕਟ ਖੇਡਦੇ ਆ, ਹਾਕੀ ਖੇਡਦੇ ਆ, ਉਹਨਾਂ ਦੇ ਮਸਲ ਪੁੱਲ ਹੋ ਜਾਂਦੇ ਆ। ਮਸਲ ਪੁੱਲ ਹੋਣ ਦੀ ਵਜ੍ਹਾ ਖਾਸ ਇਹੀ ਬਣਦੀ ਆ ਕਿ ਸਾਡੇ ਜਿਹਨੂੰ ਨਮਕੀਆਤ, ਫਾਸਫੋਰਸ, ਕੈਲਸ਼ੀਅਮ, ਆਇਰਨ ਨਹੀਂ ਹੁੰਦਾ ਕਿ ਜਦੋਂ ਅਸੀਂ ਵਰਜ਼ਿਸ਼ ਕਰਦੇ ਹਾਂ ਸਾਡਾ ਜਿਸਮ ਨੂੰ ਸਾਥ ਦੇ ਸਕੇ। ਵਰਜ਼ਿਸ਼ ਦੇ ਮੁਤਲਕ ਕੁਵਤ ਮੁਤਾਫਤ ਸਾਡੇ 'ਚ ਪੈਦਾ ਹੋ ਸਕੇ। ਵਰਜ਼ਿਸ਼ ਕਰਨ ਦਾ ਜ਼ੋਰ ਤਾਂ ਲੱਗਦਾ ਆ, ਜ਼ਿਆਦਾ ਜਦੋਂ ਪੱਠੇ ਦਾ ਜ਼ੋਰ ਲੱਗਦਾ, ਪੱਠੇ ਨੂੰ ਉਨੀ ਤਾਕਤ ਨਹੀਂ ਮਿਲ ਰਹੀ ਹੁੰਦੀ, ਪੱਠਾ ਖਿੱਚਿਆ ਜਾਂਦਾ। ਔਰ ਕਈ ਇੰਟਰਨੈਸ਼ਨਲ ਪਲੇਅਰ ਵੀ ਅਨਫਿਟ ਹੋ ਜਾਂਦੇ ਆ। ਉਹ ਵੀ ਅਗਰ ਚਨੇ ਨੂੰ ਖੁਰਾਕ ਸ਼ਾਮਲ ਕਰ ਲੈਣ, ਉਹ ਇਨਸ਼ਾਅੱਲਾ ਉਹਨਾਂ ਦੇ ਪੱਠਿਆਂ ਦਾ ਨਿਜ਼ਾਮ ਇੰਤਹਾਈ ਬਿਹਤਰ ਹੋ ਜਾਏਗਾ। ਉਹ ਅਨਫਿਟ ਨਹੀਂ ਹੋਣਗੇ, ਮਜ਼ਬੂਤ ਰਹਿਣਗੇ, ਚਰਬੀ ਨਹੀਂ ਵਧੇਗੀ, ਸਮਾਰਟ ਰਹਿਣਗੇ। ਚਨਾ ਦੁਨੀਆ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ। ਲਾਹੌਰ 'ਚ ਚਨੇ ਦੇ ਲੋਕ ਇੰਨਾ ਖਾਂਦੇ ਆ, ਇੰਨਾ ਸ਼ਾਇਦ ਸਾਹ ਵੀ ਨਾ ਲੈਂਦੇ ਹੁਣ ਜਿੰਨੇ ਚਨੇ ਖਾਂਦੇ ਆ। ਲੇਕਿਨ ਚਨੇ ਖਾਧੇ ਕਿਉਂ ਜਾਂਦੇ ਆ, ਇਹਦਾ ਫਾਇਦਾ ਕੀ ਹੈਗਾ, ਅਤੇ ਇਹ ਤੁਹਾਨੂੰ ਦੱਸਣਾ ਸੀ ਅੱਜ ਵੀ ਅੱਲਾ ਨੇ ਸਾਡੇ ਲਈ ਇੱਥੇ ਕਿਹੜੇ ਕਿਹੜੇ ਨਾਮ ਰੱਖੇ ਆ। ਚਨਾ ਕਿਸ ਸ਼ਕਲ 'ਚ ਖਾਧਾ ਜਾਂਦਾ? ਚਨੇ ਦਾ ਸਾਲਨ ਬਣਾ ਕੇ ਖਾਂਦੇ ਜਾਂਦੇ ਆ। ਚਨੇ ਦੀ ਪਕੌੜੇ ਬਣ ਜਾਂਦੇ ਆ, ਬੇਸਣ ਬਣਾ ਕੇ ਕੜੀ ਬਣਾ ਕੇ ਖਾਧਾ ਜਾਂਦਾ, ਔਰ ਲੋਕ ਪਸੰਦ ਬਹੁਤ ਕਰਦੇ ਆ, ਬੜਾ ਟੇਸਟੀ ਵੀ ਹੁੰਦਾ। ਚਨੇ ਭੁੰਨ ਕੇ ਖਾਧੇ ਜਾਂਦੇ ਆ। ਇਹ ਭੁੰਨ ਲਓ ਅਤੇ ਕਈ ਚਨੇ ਭੁੱਲ ਕੇ ਨੰਗੇ ਹੋ ਜਾਂਦੇ ਆ, ਛਿਲਕੇ ਲੈ ਜਾਂਦੇ ਆ। ਕਈਆਂ ਚਨਿਆਂ 'ਤੇ ਬਿਲਕੁਲ ਸਾਫ਼ ਹੋ ਜਾਂਦੇ ਆ, ਛਿਲਕੇ ਜ਼ਰਾ ਨਹੀਂ ਹੁੰਦੇ। ਜਿਹਨਾਂ ਚਨਿਆਂ 'ਤੇ ਛਿਲਕੇ ਹੁੰਦੇ ਆ ਨਾ, ਉਹ ਸਿਹਤ ਲਈ ਇੰਤਹਾਈ ਮੌਜ਼ੂ ਆ, ਕਿਉਂ ਉਹਦੇ ਫਾਈਬਰ ਬਹੁਤ ਹੁੰਦਾ। ਜਿਹੜੇ ਚਨਿਆਂ ਦੇ ਛਿਲਕੇ ਲੈ ਜਾਂਦੇ ਆ, ਉਹਨਾਂ 'ਚ ਨਾ ਫਾਈਬਰ ਨਹੀਂ ਹੁੰਦਾ, ਉਹ ਥੋੜ੍ਹੇ ਜਿਹੇ ਕਬਜ਼ ਕਰਦੇ ਆ ਬੰਦੇ ਨੂੰ। ਲਿਹਾਜ਼ਾ ਇਹ ਖਾਣ ਨਾਲ ਗੁੜ ਖਾਧਾ ਜਾਵੇ ਅਤੇ ਸਿਹਤ ਦੀ ਇੰਤਹਾਈ ਸੁਪਰ ਆ। ਹੁਣ ਚਨੇ 'ਚ ਹੁੰਦਾ ਕੀ ਆ? ਜਿਹੜੇ ਬਗੈਰ ਛਿਲਕੇ ਤੋਂ ਚਨੇ ਆ ਨਾ, ਉਹਨਾਂ 'ਚ ਹੁੰਦਾ ਕਾਰਬੋਹਾਈਡਰੇਟਸ, ਅਤੇ ਛਿਲਕੇ ਸਮੇਤ ਜਿਹੜੇ ਚਨੇ ਆ ਉਹਨਾਂ 'ਚ ਨਾ ਮੋਟਾ ਬਹੁਤ ਕਰਦੇ ਆ, ਕਬਜ਼ ਹੁੰਦੇ ਆ। ਉਹ 'ਚ ਪ੍ਰੋਟੀਨ ਹੁੰਦੀ ਆ, ਲੇਕਿਨ ਫਾਈਬਰ ਸਿਰਫ 7.5% ਹੁੰਦਾ, ਪ੍ਰੋਟੀਨ ਕਾਫੀ ਜ਼ਿਆਦਾ ਹੁੰਦੀ ਹੈ। ਇਹ ਫਾਈਬਰ ਕੀ ਕਰਦਾ? ਫਾਈਬਰ ਮਿਹਦੇ ਨੂੰ ਇੰਤਹਾਈ ਸੁਪਰ ਤਰੀਕੇ ਨਾਲ ਵਾਸ਼ ਕਰਦਾ, ਯਾਨੀ ਕਿ ਉਹਨੂੰ ਸਾਫ਼ ਕਰ ਦਿੰਦਾ। ਚਨੇ 'ਚ ਫਾਸਫੋਰਸ ਵਾਫਰੀ ਮਿਕਦਾਰ 'ਚ ਹੁੰਦੀ ਹੈ, ਅਤੇ ਫਾਸਫੋਰਸ ਕੀ ਕਰਦੀ ਆ? ਸਾਡੀ ਹੱਡੀਆਂ ਮਜ਼ਬੂਤ ਕਰਦੀ ਹੈ, ਨਿਗਾਹ ਲਈ ਸੁਪਰ ਚੀਜ਼ ਆ, ਅਤੇ ਜਿਹੜੇ ਨਾ ਸਾਡਾ ਅਸਲੀ ਨਿਜ਼ਾਮ ਨੂੰ ਬਿਹਤਰ ਕਰਦੀ ਆ। ਫਾਈਬਰ ਇਹ ਵਜ਼ਨ ਕੰਮ ਕਰਦਾ, ਸਾਡਾ ਕੋਲੈਸਟਰੋਲ ਨੂੰ ਕੰਮ ਕਰਦਾ, ਕਬਜ਼ ਨੂੰ ਦੂਰ ਕਰਦਾ। ਇਹਦੇ 'ਚ ਹੋਰ ਪਾਇਆ ਜਾਂਦਾ, ਇੱਕ ਫੋਲਿਕ ਐਸਿਡ ਪਾਇਆ ਜਾਂਦਾ ਚਨਿਆਂ 'ਚ, ਅਤੇ ਆਇਰਨ ਪਾਇਆ ਜਾਂਦਾ। ਪੱਠਿਆਂ ਦੀ ਮਜ਼ਬੂਤੀ ਲਈ ਚਨੇ ਇੰਤਹਾਈ ਸੁਪਰ ਆ।
ਇਹਨੂੰ ਅਗਰ ਗੰਦਮ ਦੇ ਆਟੇ 'ਚ ਮਿਲਾ ਕੇ ਖਾਇਆ ਜਾਵੇ ਨਾ ਰੋਟੀ ਬਣਾ ਕੇ, ਇਹ ਸਿਹਤ ਲਈ ਇੰਤਹਾਈ ਸੁਪਰ ਆ। ਚਨਾ ਸਾਡੀ ਨਾ ਕਿਸੇ ਨਾ ਕਿਸੇ ਸ਼ਕਲ 'ਚ ਖੁਰਾਕ ਦੀ ਡੇਲੀ ਸ਼ਾਮਲ ਹੋਣਾ ਚਾਹੀਦਾ। ਚਾਹੇ ਇਹਦੀ ਫਰੂਟ ਚਾਹ ਬਣਾ ਲਓ, ਉਹ ਚਨੇ ਉਬਾਲ ਕੇ ਪਾ ਲਓ, ਚਾਹੇ ਚਨੇ ਬਣਾ ਕੇ ਭੱਠੀ 'ਤੇ ਭੁੰਨਦੇ ਜਿਸ ਤਰ੍ਹਾਂ ਉਹ ਖਾ ਲਓ, ਜਾਂ ਤਵੇ 'ਤੇ ਰੋਸਟ ਕਰਕੇ ਖਾ ਲਓ। ਇਹ ਕੈਲਸ਼ੀਅਮ ਤੇ ਫਾਸਫੋਰਸ ਚਨੇ 'ਚ ਵਾਫਰ ਮਿਕਦਾਰ 'ਚ ਹੁੰਦੀ ਹੈ। ਇਹ ਚਨੇ ਸਾਡੇ ਜਿਹੜੇ ਬਰਸਗੀਰ ਆ ਨਾ, ਬਰਸਗੀਰ ਹਿੰਦੁਸਤਾਨ, ਪਾਕਿਸਤਾਨ ਜਾਂ ਬੰਗਲਾਦੇਸ਼ ਆ, ਇਹਦੇ 'ਚ ਲੋਕਾਂ ਦੀ ਨਾ ਇਹ ਗਰੀਬ ਦੀ ਖੁਰਾਕ ਆ। ਯਾਨੀ ਕਿ ਜਿੰਨੇ ਗੋਸ਼ਤ ਦੇ ਫਵਾਇਦ ਹਨ ਨਾ, ਤਕਰੀਬਨ ਗੋਸ਼ਤ ਜਿੰਨੇ ਫਵਾਇਦ ਨਾ ਕਾਲੇ ਚਨੇ 'ਚ ਮਿਲਦੇ ਆ। ਜਿਹੜੇ ਭਲਵਾਨ ਪਹਿਲੇ ਹੁੰਦੇ ਸੀ ਨਾ, ਯਾਨੀ ਕਿ ਸ਼ੌਕ ਪੂਰਾ ਕਰਦੇ ਸੀ ਅਤੇ ਲੇਕਿਨ ਉਹ ਗੋਸ਼ਤ ਨਹੀਂ ਖਾ ਸਕਦੇ ਸੀ, ਬਾਕੀ ਖੁਰਾਕਾਂ ਨਹੀਂ ਖਾ ਸਕਦੇ ਸੀ, ਉਹ ਚਨੇ ਜ਼ਿਆਦਾ ਖਾਂਦੇ ਸੀ। ਇਸ ਤਰ੍ਹਾਂ ਜਿਵੇਂ ਪਹਿਲੇ ਈਰਾਨ ਦੇ ਪਹਿਲਵਾਨ, ਉਹ ਤਿਲ ਬਹੁਤ ਖਾਂਦੇ ਸੀ, ਤਿਲ 'ਚ ਬਹੁਤ ਕਾਫੀ ਤਾਕਤ ਪਾਈ ਜਾਂਦੀ ਆ। ਇਸ ਤਰ੍ਹਾਂ ਸਾਡੇ ਇਲਾਕੇ ਦੇ ਲੋਕ ਸੀ ਨਾ, ਭਲਵਾਨ ਟਾਈਪ, ਜਿਹੜੇ ਕਸਰਤ ਕਰਦੇ ਸੀ, ਮੈਦਾਨ ਜਾਂਦੇ ਸੀ, ਕੁਸ਼ਤੀਆਂ ਖੇਡਦੇ ਸੀ, ਗੱਤਕਾ ਖੇਡਦੇ ਸੀ, ਤਲਵਾਰਜ਼ਾਨੀ ਕਰਦੇ ਸੀ, ਉਹ ਚਨੇ ਬਹੁਤ ਇਸਤੇਮਾਲ ਕਰਦੇ ਸੀ। ਹੁਣ ਵੀ ਫੌਜ ਨੂੰ ਜਦੋਂ ਕਿਤੇ ਮਿਸ਼ਨ ਜਾਂਦੀ ਹੈ ਨਾ, ਫੌਜ ਚਨੇ ਦਿੱਤੇ ਜਾਂਦੇ ਆ ਤਾਂ ਕਿ ਇਹਨਾਂ ਦੀ ਐਨਰਜੀ ਬਾਹਰ ਰਹੇ, ਇਹਨਾਂ ਨੂੰ ਭੁੱਖ ਵੀ ਘੱਟ ਲਾਉਂਦੇ ਆ, ਜ਼ਿਆਦਾ ਭੁੱਖ ਮਹਿਸੂਸ ਨਾ ਕਰਨ, ਇਹਦਾ ਜਿਸਮ ਵਰਕ ਸਹੀ ਕਰੇ। ਕਿਉਂਕਿ ਫਾਸਫੋਰਸ, ਫੋਲਿਕ ਐਸਿਡ, ਆਇਰਨ ਇਹਦੇ 'ਚ ਕਾਫੀ ਮਿਕਦਾਰ 'ਚ ਅੱਲਾ ਨੇ ਰੱਖਿਆ ਤਾਂ ਕਿ ਜਿਹੜੇ ਨਾ ਮਾੜੇ ਬੰਦੇ ਵੀ ਆ, ਜੇ ਦੁਨੀਆਵੀ ਹਿਸਾਬ ਨਾਲ ਉਹ ਦੌਲਤ ਹਾਸਲ ਨਹੀਂ ਕਰ ਸਕੇ, ਗੋਸ਼ਤ ਨਹੀਂ ਖਾ ਸਕਦੇ, ਫਲ ਨਹੀਂ ਖਾ ਸਕਦੇ, ਚਨਾ ਇੱਕ ਐਸੀ ਚੀਜ਼ ਆ ਹਰ ਜਗ੍ਹਾ ਮਿਲ ਜਾਂਦਾ ਔਰ ਸਸਤਾ ਵੀ ਹੁੰਦਾ। ਚਨੇ ਦਾ ਹੋਰ ਇਹ ਬਹੁਤ ਬੜਾ ਫੰਕਸ਼ਨ ਹੈ ਜਿਸਮ ਦੇ ਵਿੱਚ ਕਿ ਅਗਰ ਇਹਨੂੰ ਖਾਧਾ ਜਾਵੇ ਨਾ ਕਣਕ ਦੇ ਆਟੇ ਦੇ ਨਾਲ ਮਿਲਾ ਕੇ, ਇਹਦੀ ਰੋਟੀ ਬਣਾ ਕੇ ਖਾਧੀ ਜਾਵੇ, ਇਹ ਸ਼ੂਗਰ ਲਈ ਵੀ ਇੰਤਹਾਈ ਮਫੀਦ ਆ। ਸ਼ੂਗਰ ਜਦੋਂ ਦੇ ਲੋਕਾਂ ਨੇ ਚਨੇ ਆਪਣੀ ਖੁਰਾਕ 'ਚੋਂ ਕੱਢੇ ਆ, ਸ਼ੂਗਰ ਬਿਮਾਰੀ ਵੀ ਆਮ ਹੋ ਗਈ ਆ। ਕਿਉਂਕਿ ਕੋਲੈਸਟਰੋਲ ਦੀ ਵਜ੍ਹਾ ਨਾਲ ਚਰਬੀ ਵੱਧਦੀ ਆ, ਸਾਡਾ ਲੁਬਲੁਬਾ ਕੰਮ ਕਰਨਾ ਛੱਡਦਾ। ਜੋ ਚਨੇ ਅਸੀਂ ਲਗਾਤਾਰ ਇਸਤੇਮਾਲ ਕਰਦੇ ਹਾਂ, ਸਾਡੇ ਜਿਹੜਾ ਲੁਬਲੁਬਾ ਉਹਦੇ ਆਸੇ ਪਾਸੇ ਚਰਬੀ ਜਮ੍ਹਾਂ ਨਹੀਂ ਹੁੰਦੀ, ਉਹ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰਦਾ ਔਰ ਸਾਨੂੰ ਇਨਸੂਲਿਨ ਜਦੋਂ ਲੋੜ ਹੁੰਦੀ ਹੈ ਸਾਨੂੰ ਵਾਫਰ ਮਿਕਦਾਰ 'ਚ ਪੈਦਾ ਕਰਦਾ, ਅਤੇ ਉਹ ਸਾਨੂੰ ਫਿਰ ਸ਼ੂਗਰ ਨਹੀਂ ਹੁੰਦੀ। ਅਤੇ ਮੈਂ ਉਮੀਦ ਕਰਦਾ ਜਿਵੇਂ ਤੁਸੀਂ ਬਾਕੀ ਸਾਡੀਆਂ ਵੀਡੀਓ ਨੂੰ ਐਪਰੀਸ਼ੀਏਟ ਕੀਤਾ, ਇਹਦੇ ਦੇਖੋਗੇ ਅਤੇ ਫਾਇਦਾ ਉਠਾਓਗੇ। ਅਗਲੀ ਵੀਡੀਓ ਤੱਕ ਮੈਂ ਇਜਾਜ਼ਤ ਚਾਹੁੰਦਾ। ਅਸਲਾਮ ਵਾਲੇਕੁਮ।